ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਆਪਾਂ ਸ਼ੁੱਕਰਵਾਰ ਵਾਲੇ ਦਿਨ ਭਗਤ ਫਰੀਦ ਸਾਹਿਬ ਦੇ ਸ਼ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 99 ਤੋਂ 92 ਤੱਕ ਲਏ ਨੇ। ਜਿੱਥੋਂ ਤੱਕ ਸਮਝ ਪਾਏ ਸਮਝਾਂਗੇ। ਪਿਛਲੀ ਜੋ ਕਥਾ ਸੀ ਸ਼ੁੱਕਰਵਾਰ ਵਾਲੇ ਦਿਨ, ਉਸ ਵਿੱਚ ਬਾਬਾ ਫਰੀਦ ਸਾਹਿਬ ਜੀ ਆਪਾਂ ਨੂੰ ਇਹ ਗੱਲ ਸਮਝਾ ਰਹੇ ਸਨ ਕਿ ਇਹ ਜੋ ਸਾਡਾ ਸਰੀਰ ਹੈ, ਇਸ ਦੇ ਅੰਦਰ ਅੰਤःਕਰਨ, ਉਹਦੇ ਵਿੱਚ ਮਨ, ਮਨੁੱਖੀ ਭਾਵਨਾਵਾਂ ਅਤੇ ਇਸ ਸਰੀਰ ਦੇ ਕੁਛ ਗਿਆਨ ਇੰਦਰੇ, ਕੁਛ ਕਰਮ ਇੰਦਰੇ, ਉਹ ਸਾਰੇ ਦੇ ਸਾਰੇ ਇਹ ਦੁਨਿਆਵੀ ਚੀਜ਼ਾਂ ਵੱਲ ਬੜੀ ਖਿੱਚ ਰੱਖਦੇ ਹਨ। ਇਹਨਾਂ ਨੂੰ ਪ੍ਰਾਪਤ ਕਰਨ ਲਈ ਉਹ ਬੜੇ ਉਤਸੁਕ ਰਹਿੰਦੇ ਨੇ ਹਰ ਵਕਤ। ਮੈਂ ਆਹ ਵੀ ਲੈ ਲਵਾਂ, ਮੈਂ ਉਹ ਵੀ ਲੈ ਲਵਾਂ, ਉਹ ਚੀਜ਼ ਵੀ ਮੇਰੀ ਹੋ ਜਾਏ, ਆਹ ਚੀਜ਼ ਵੀ ਮੇਰੀ ਬਣ ਜਾਏ। ਬਸ ਅਸੀਂ ਸਦਾ ਇਹੋ ਹੀ ਸੋਚਦੇ ਰਹਿੰਦੇ ਹਾਂ ਅਤੇ ਇਸੇ ਤਰ੍ਹਾਂ ਹੀ ਕਰਦੇ ਰਹਿੰਦੇ ਹਾਂ। ਅਤੇ ਫਰੀਦ ਸਾਹਿਬ ਦਾ ਵਿਚਾਰ ਸੀ ਵੀ ਦੁਖੀ ਵੀ ਇਸੇ ਕਰਕੇ ਹੀ ਹਾਂ। ਉਹ ਕਹਿੰਦੇ ਨੇ ਸਰੀਰ ਦੇ ਇਹਨਾਂ ਇੰਦਰੀਆਂ ਦੇ, ਇਸ ਮਨ ਬੁੱਧੀ ਦੇ ਆਖੇ ਲੱਗ ਕੇ ਨਿਤਾ ਪ੍ਰਤੀ ਕੌਣ ਇਹ ਦੁਨਿਆਵੀ ਚੀਜ਼ਾਂ ਦੀ ਭਟਕਣਾ ਦੇ ਪਿੱਛੇ ਪੈ ਕੇ ਦੁਖੀ ਹੁੰਦਾ ਰਵੇ। ਉਹ ਆਪਣੀ ਗੱਲ ਕਰਦੇ ਨੇ ਕਿ ਮੈਂ ਤੇ ਭਾਈ ਆਪਣੇ ਕੰਨ ਹੀ ਬੰਦ ਕਰ ਲਏ ਨੇ, ਨਾ ਮੈਂ ਇਹਨਾਂ ਦੀ ਗੱਲ ਸੁਣਾ ਤੇ ਨਾ ਮੈਂ ਦੁਖੀ ਹੋਵਾਂ ਇਹਨਾਂ ਚੀਜ਼ਾਂ ਦੀ ਭਟਕਣਾ ਦੇ ਪਿੱਛੇ ਪੈ ਕੇ। ਸੋ ਸਾਨੂੰ ਇਹ ਗੱਲ ਸਮਝਾ ਰਹੇ ਸਨ ਕਿ ਸਾਨੂੰ ਚਾਹੀਦਾ ਤੇ ਹੈ ਸੰਸਾਰ ਵਿੱਚ ਰਹਿੰਦਿਆਂ ਸਭ ਕੁਝ, ਲੇਕਿਨ ਇਸ ਦੀ ਪਕੜ ਨਹੀਂ ਹੋਣੀ ਚਾਹੀਦੀ, ਇਹਦਾ ਮੋਹ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਅਸੀਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਆਪਣੀ ਅਜਾਈਂ ਗਵਾਈਏ ਤੇ ਪ੍ਰਭੂ ਦੀ ਭਗਤੀ ਨਾ ਕਰ ਪਾਈਏ। ਅੱਜ ਦੀ ਵਿਚਾਰ ਸ਼ੁਰੂ ਕਰਦੇ ਹਾਂ ਸ਼ਲੋਕ ਨੰਬਰ 99 ਤੋਂ, ਜਿਸ ਵਿੱਚ ਫਰੀਦ ਸਾਹਿਬ ਇਹ ਬਚਨ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਸਾਡਾ ਮਨ ਹੈ, ਸਾਡੇ ਗਿਆਨ ਤੇ ਕਰਮ ਇੰਦਰੇ ਹਨ, ਸਾਡਾ ਅੰਤःਕਰਨ ਹੈ, ਇਹ ਦੁਨਿਆਵੀ ਚੀਜ਼ਾਂ ਵੱਲ ਇੰਨੀ ਖਿੱਚ ਕਿਉਂ ਰੱਖਦਾ ਹੈ, ਉਹਨਾਂ ਦੀ ਪਕੜ ਕਿਉਂ ਇੰਨੀ ਜ਼ਿਆਦਾ ਹੈ, ਇਹ ਉਹਨਾਂ ਨੂੰ ਛੱਡਦਾ ਕਿਉਂ ਨਹੀਂ। ਤੇ ਆਖਦੇ ਨੇ ਫਰੀਦਾ, ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਾਨਾ। ਖਜੂਰੀ ਪੱਕੀਆਂ ਤੇ ਆਪਾਂ ਸਮਝਦੇ ਹਾਂ ਖਜੂਰਾਂ ਜਿਹੜੀਆਂ ਡੇਟਸ ਹੁੰਦੀਆਂ ਨੇ ਉਹ ਪੱਕ ਗਈਆਂ ਨੇ। ਮਾਖਿਆ ਦਾ ਮਤਲਬ ਹੈ ਸ਼ਹਿਦ ਤੇ ਨਈ ਦਾ ਮਤਲਬ ਹੈ ਨਦੀ। ਖਜੂਰਾਂ ਪੱਕੀਆਂ ਹੋਈਆਂ ਨੇ ਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ। ਇਹ ਤੇ ਇਸ ਪੰਕਤੀ ਦੇ ਅੱਖਰੀ ਅਰਥ ਹੀ ਨੇ। ਇਸ ਦਾ ਭਾਵ ਇਹ ਹੈ ਕਿ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਬੜੇ ਸੁਆਦਲੇ ਪਦਾਰਥ ਨੇ, ਬੜੀਆਂ ਮਿੱਠੀਆਂ ਖੱਟੀਆਂ ਸੁਆਦਲੀਆਂ ਚੀਜ਼ਾਂ ਨੇ। ਇਸ ਸੰਸਾਰ ਵਿੱਚ ਅਨੇਕ ਭਾਂਤ ਦੇ ਰੂਪ ਤੇ ਰੰਗ ਨੇ।
ਉਹਨਾਂ ਸਾਰਿਆਂ ਰੂਪਾਂ ਨੂੰ, ਰੰਗਾਂ ਨੂੰ, ਇਹਨਾਂ ਮਿੱਠਿਆਂ ਪਦਾਰਥਾਂ ਨੂੰ, ਇਸ ਸੁੰਦਰਤਾ ਨੂੰ, ਇਸ ਸੁਹੱਪਣ ਨੂੰ ਜਦੋਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ਤੇ ਅਸੀਂ ਮੋਹੇ ਜਾਂਦੇ ਹਾਂ। ਉਹ ਚੀਜ਼ਾਂ ਸਾਨੂੰ ਮੋਹ ਲੈਂਦੀਆਂ ਨੇ ਤੇ ਇਹਨਾਂ ਦੇ ਵਿੱਚ ਪਿਆ ਹੋਇਆਂ ਹੀ ਅਸੀਂ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਾਂ। ਫਰੀਦ ਸਾਹਿਬ ਆਖਦੇ ਨੇ, ਇਸ ਤਰ੍ਹਾਂ ਇਹਨਾਂ ਪਦਾਰਥਾਂ ਦੇ ਪਿੱਛੇ ਪਿਆਂ, ਇਹਨਾਂ ਸਵਾਦਲੀਆਂ ਚੀਜ਼ਾਂ ਨੂੰ ਖਾਂਦਿਆਂ, ਇਹਨਾਂ ਸੋਹਣੇ ਰੂਪ ਤੇ ਰੰਗ ਨੂੰ ਭੋਗਦਿਆਂ ਸਾਡੀ ਉਮਰ ਅਜਾਈਂ ਚਲੀ ਜਾਂਦੀ ਏ। ਜੋ ਜੋ ਵੰਝੈ ਡੀਹੜਾ, ਵੰਝੈ ਤੋਂ ਭਾਵੇਂ ਚਲਾ ਜਾਣਾ, ਡੀਹੜਾ ਤੋਂ ਭਾਵੇਂ ਦੇਣਾ, ਸੋ ਉਮਰ ਹੱਥ ਪਵਨ। ਇਸ ਤਰ੍ਹਾਂ ਇਹਨਾਂ ਪਦਾਰਥਾਂ ਦੇ ਮੌਜ ਮੇਲੇ ਵਿੱਚ ਜਿਹੜਾ ਵੀ ਦਿਨ ਸਾਡਾ ਨਿਕਲ ਜਾਂਦਾ ਹੈ, ਮਾਨੋ ਉਹ ਉਮਰ ਵਿੱਚੋਂ ਘਟ ਜਾਂਦਾ ਹੈ। ਉਮਰ ਨੂੰ ਹੱਥ ਪੈ ਰਿਹਾ ਹੈ, ਭਾਵ ਉਹਦੇ ਦਿਨ ਘਟ ਰਹੇ ਨੇ। ਤੇ ਘਟ ਕਿਵੇਂ ਰਹੇ ਨੇ? ਪਦਾਰਥਾਂ ਦੇ ਭੋਗਾਂ ਵਿੱਚ ਪਿਆ ਹੋਇਆ, ਪ੍ਰਭੂ ਨੂੰ ਭੁੱਲ ਕੇ। ਸੋ ਸ਼ਲੋਕ ਨੰਬਰ 99 ਵਿੱਚ ਭਗਤ ਜੀ ਦਾ ਇਹ ਵਿਚਾਰ ਹੈ ਕਿ ਇਸ ਮਨ ਦੇ, ਇਹਨਾਂ ਗਿਆਨ ਇੰਦਰੀਆਂ ਦੇ ਵੀ ਕੀ ਵਸ ਵਿੱਚ ਹੈ। ਇਹ ਸੰਸਾਰ ਹੀ ਇੰਨਾ ਸੋਹਣਾ ਹੈ। ਇਸ ਸੰਸਾਰ ਵਿੱਚ ਇੰਨੇ ਸੁਆਦਲੇ ਪਦਾਰਥ ਨੇ, ਇੰਨੇ ਸੁੰਦਰ ਰੂਪ ਨੇ, ਜਿਨ੍ਹਾਂ ਨੂੰ ਵੇਖ ਕੇ ਇਹ ਮਨੁੱਖ ਜਾਂ ਇਹ ਜੀਵ ਉਹਨਾਂ ਦੇ ਵਿੱਚ ਫਸ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਅਜਾਈਂ ਗਵਾ ਕੇ ਚਲਾ ਜਾਂਦਾ ਹੈ। ਅੱਗੇ ਸਾਨੂੰ ਨਾ ਹੋਰ ਬੜਾ ਸੁੰਦਰ ਸਮਝਾਉਣਾ ਚਾਹੁੰਦੇ ਨੇ ਕਿ ਅਸੀਂ ਇਸ ਤੋਂ ਬਚਣਾ ਕਿਵੇਂ ਹੈ। ਇਹ ਨਾ ਇੱਕ ਤਸਵੀਰ ਹੈ ਤੁਹਾਡੇ ਸਾਹਮਣੇ, ਕਿਸੇ ਆਰਟਿਸਟ ਨੇ ਬਣਾਈ ਹੋਣੀ ਹੈ। ਉਹਨੇ ਆ ਜਿਹੜਾ ਥੱਲੇ ਵਾਲਾ ਸ਼ਲੋਕ ਨੰਬਰ 90 ਹੈ, ਇਹਦੇ ਆਧਾਰ ਤੇ ਇਹ ਮੂਰਤ ਬਣਾਈ ਹੈ। ਇਹ ਮੂਰਤ ਕਈ ਚੀਜ਼ਾਂ ਸਾਨੂੰ ਦੱਸਦੀ ਹੈ। ਇੱਕ ਤਾਂ ਇਹ ਦੱਸਦੀ ਹੈ ਕਿ ਫਰੀਦ ਜੀ ਕਿਸੇ ਜੰਗਲ ਜਿਹੇ ਦੇ ਵਿੱਚ ਪਏ ਹੋਏ ਨੇ ਤੇ ਉਹਨਾਂ ਦਾ ਸਰੀਰ ਸੁੱਕ ਕੇ ਪਿੰਜਰੇ ਦੀ ਤਰ੍ਹਾਂ ਹੋ ਗਿਆ। ਉਹਨਾਂ ਦੇ ਸਰੀਰ ਉੱਤੇ ਬਹੁਤ ਸਾਰੇ ਨਿਸ਼ਾਨ ਪਏ ਨੇ, ਕਾਲੇ ਕਾਲੇ ਧੱਬੇ, ਜਿਹੜੇ ਦੱਸਦੇ ਨੇ ਕਿ ਉਹਨਾਂ ਦੇ ਸਰੀਰ ਉੱਤੋਂ ਕਾਵਾਂ ਨੇ ਚੁੰਝਾਂ ਮਾਰ ਮਾਰ ਕੇ ਉਹਨਾਂ ਦਾ ਮਾਸ ਖਾਧਾ ਹੋਇਆ ਹੈ। ਇੱਕ ਸੁੱਕੀ ਜੀ ਟਾਹਣੀ ਤੇ ਕਾਂ ਬੈਠਾ ਹੋਇਆ ਹੈ ਤੇ ਫਰੀਦ ਸਾਹਿਬ ਉਸ ਕਾਂ ਨੂੰ ਇਸ਼ਾਰਾ ਕਰਦੇ ਹੋਏ ਆਪਣੀਆਂ ਅੱਖਾਂ ਵਿਖਾ ਰਹੇ ਨੇ ਕਿ ਤੂੰ ਮੇਰੇ ਸਰੀਰ ਦਾ ਹੋਰ ਮਾਸ ਤੇ ਬਥੇਰਾ ਖਾ ਲਿਆ ਹੈ, ਪਰ ਮੇਰੀਆਂ ਇਹ ਅੱਖਾਂ ਨਾ ਖਾਈ। ਕਿਉਂ ਨਾ ਖਾਈ? ਕਿਉਂਕਿ ਮੈਨੂੰ ਪ੍ਰਭੂ ਦੇ ਦਰਸ਼ਨਾਂ ਦੀ ਅਜੇ ਆਸ ਹੈ। ਇਹ ਤਸਵੀਰ ਜਿਸ ਵੀ ਕਿਸੇ ਕਲਾਕਾਰ ਨੇ ਬਣਾਈ, ਇਸ ਸ਼ਲੋਕ ਦੇ ਆਧਾਰ ਤੇ ਬਣਾਈ ਹੈ। ਤੇ ਕੀ ਆਪਾਂ ਸਮਝ ਸਕਦੇ ਹਾਂ ਕਿ ਫਰੀਦ ਜੀ ਦੇ ਜੀਵਨ ਵਿੱਚ ਕੋਈ ਇਹੋ ਜਿਹਾ ਸਮਾਂ ਕਦੀ ਆਇਆ ਹੋਵੇਗਾ ਕਿ ਉਹ ਕਿਤੇ ਜੰਗਲ ਬੀਆਬਾਨ ਵਿੱਚ ਪਏ ਹੋਣਗੇ, ਭੁੱਖ ਨਾਲ ਮਰੇ ਹੋਏ, ਇੰਨੇ ਕਮਜ਼ੋਰ ਹੋ ਗਏ ਹੋਣਗੇ ਕਿ ਉਹਨਾਂ ਦਾ ਸਰੀਰ ਇੱਕ ਪਿੰਜਰੇ ਦੀ ਤਰ੍ਹਾਂ ਬਣ ਗਿਆ ਹੋਵੇਗਾ ਤੇ ਕਾਂ ਠੂੰਗੇ ਮਾਰਦੇ ਹੋਣਗੇ ਤੇ ਉਹ ਉਡਾਉਂਦੇ ਹੋਣਗੇ ਕਾਵਾਂ ਨੂੰ ਤੇ ਕਹਿੰਦੇ ਹੋਣਗੇ ਅੱਖਾਂ ਤੇ ਛੱਡ ਦਿਓ। ਕੀ ਤੁਸੀਂ ਸੋਚਦੇ ਹੋ ਕਦੀ ਇਸ ਤਰ੍ਹਾਂ ਹੋਇਆ ਹੋਵੇਗਾ? ਫਰੀਦ ਸਾਹਿਬ ਨੇ ਆਪਣਾ ਜੀਵਨ ਬੜੇ ਸ਼ਾਹੀ ਠਾਠ ਬਾਠ ਨਾਲ ਗੁਜ਼ਾਰਿਆ। ਉਹਨਾਂ ਨੇ ਭਗਤੀ ਕੀਤੀ ਹੈ ਪਰਮਾਤਮਾ ਦੀ, ਅੱਲਾ ਦੀ, ਤੇ ਘਰ ਵਿੱਚ ਰਹਿ ਕੇ ਕੀਤੀ ਹੈ। ਉਹਨਾਂ ਦੇ ਇੱਕ ਤੋਂ ਵੱਧ ਵਿਆਹ ਹੋਏ ਸਨ, ਉਹਨਾਂ ਦੇ ਬੱਚੇ ਸਨ। ਉਹ ਘਰ-ਬਾਰ ਛੱਡ ਕੇ ਕਦੀ ਵੀ ਜੰਗਲਾਂ ਨੂੰ ਨਹੀਂ ਗਏ। ਤੇ ਫਿਰ ਇਹ ਹਾਲਤ ਕਿਵੇਂ ਹੋ ਗਈ? ਅਸਲ ਵਿੱਚ ਅਸੀਂ ਜਿਹੜੀ ਫਰੀਦ ਸਾਹਿਬ ਨੇ ਸ਼ਬਦਾਵਲੀ ਵਰਤੀ ਹੈ ਆਪਣੀ ਬਾਣੀ ਵਿੱਚ, ਉਸ ਸ਼ਬਦਾਵਲੀ ਨੂੰ ਉਸੇ ਤਰ੍ਹਾਂ ਹੀ ਹੂ ਬਹੂ ਲੈ ਲਿਆ, ਉਹਦੇ ਭਾਵ ਅਰਥ ਨਹੀਂ ਲਏ।
ਇੱਕ ਹੁੰਦੇ ਨੇ ਸ਼ਬਦ ਅਰਥ, ਇੱਕ ਹੁੰਦੇ ਨੇ ਭਾਵ ਅਰਥ। ਜਦੋਂ ਅਸੀਂ ਸ਼ਬਦ ਅਰਥ ਵੇਖਦੇ ਹਾਂ ਤੇ ਇਸ ਤਰ੍ਹਾਂ ਹੀ ਬਣਦਾ ਹੈ ਕਿ ਫਰੀਦ ਜੀ ਇਹੋ ਜਿਹੇ ਹੋਣਗੇ, ਕਾਮ ਠੂੰਗੇ ਮਾਰਦੇ ਹੀ ਹੋਣਗੇ। ਪਰ ਜੇ ਉਹਨਾਂ ਦੀ ਬਾਣੀ ਨੂੰ, ਉਹਨਾਂ ਦੀ ਸ਼ਬਦਾਵਲੀ ਨੂੰ ਧਿਆਨ ਨਾਲ ਵੇਖੀਏ ਤੇ ਉਹਦੇ ਭਾਵ ਅਰਥ ਲਈਏ ਤੇ ਫਿਰ ਇਹ ਕੋਈ ਮਾਜਰਾ ਹੋਰ ਹੀ ਬਣ ਜਾਂਦਾ ਹੈ। ਫਰੀਦ ਜੀ ਕੀ ਆਖਣਾ ਚਾਹੁੰਦੇ ਨੇ, ਆਪਾਂ ਇਹ ਸ਼ਲੋਕ ਨੰਬਰ 90 ਚੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡ ਹੈ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਇਸ ਤੋਂ ਅੱਗੇ ਨਾ 3 ਸ਼ਲੋਕ ਨੇ, ਸ਼ਲੋਕ ਨੰਬਰ 90, 91 ਤੇ 92। ਇਹ 3 ਸ਼ਲੋਕ ਇਸੇ ਤਰ੍ਹਾਂ ਦੇ ਹੀ ਨੇ, ਇੱਕੋ ਹੀ ਮਾਲਾ ਦੇ ਜਿਵੇਂ ਮਣਕੇ ਹੋਣ। ਇਹਨਾਂ 3 ਸ਼ਲੋਕਾਂ ਵਿੱਚ ਫਰੀਦ ਜੀ ਨੇ 2 ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਨੇ। ਇੱਕ ਗੱਲ ਤਾਂ ਇਹ ਕਿ ਜਿਹੜੇ ਲੋਕ ਇਹਨਾਂ ਜਿਹੜੀਆਂ ਖਜੂਰਾਂ ਪੱਕੀਆਂ ਨੇ, ਇਹ ਜਿਹੜੀਆਂ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ, ਭਾਵ ਇਹ ਸੁੰਦਰ ਰੂਪ ਹਨ, ਸੋਹਣੇ ਸੁਆਦਲੇ ਪਦਾਰਥ ਹਨ। ਕੁਝ ਲੋਕ ਤੇ ਇਹਨਾਂ ਵਿੱਚ ਪੈ ਕੇ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਂਦੇ ਨੇ ਤੇ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਸਮਝ ਜਾਂਦੇ ਨੇ ਤੇ ਉਹ ਪ੍ਰਭੂ ਦੀ ਭਗਤੀ ਵੱਲ ਆਪਣੀ ਸੁਰਤ ਨੂੰ ਲਾਉਂਦੇ ਨੇ। ਤੇ ਜਦੋਂ ਕੋਈ ਵੀ ਰੱਬ ਦਾ ਪਿਆਰਾ ਆਪਣੀ ਸੁਰਤ ਨੂੰ, ਆਪਣੇ ਮਨ ਨੂੰ, ਆਪਣੇ ਇੰਦਰੀਆਂ ਨੂੰ ਪ੍ਰਭੂ ਦੇ ਮਿਲਾਪ ਦੇ ਮਾਰਗ ਉੱਤੇ ਤੋਰਦਾ ਹੈ, ਉਦੋਂ ਉਹਦੇ ਨਾਲ 2 ਚੀਜ਼ਾਂ ਵਾਪਰਦੀਆਂ ਨੇ। ਇੱਕ ਚੀਜ਼ ਇਹ ਵਾਪਰਦੀ ਏ ਕਿ ਉਹਦੇ ਮਨ ਵਿੱਚ ਇੱਕ ਬਹੁਤ ਤੀਵਰ ਤਾਂਘ ਪੈਦਾ ਹੁੰਦੀ ਏ। ਤਾਂਘ ਪੈਦਾ ਹੁੰਦੀ ਏ ਪਰਮਾਤਮਾ ਦੇ ਦਰਸ਼ਨ ਕਰਨ ਦੀ, ਜਿਸ ਦੀ ਉਹ ਬੰਦਗੀ ਕਰਦਾ ਹੈ, ਜਿਹਦਾ ਉਹ ਨਾਮ ਜਪਦਾ ਹੈ, ਜਿਹਦੇ ਪਿੱਛੇ ਉਹ ਸ਼ੈਦਾਈ ਹੋ ਗਿਆ, ਉਹਨੂੰ ਮਿਲਣ ਦੀ ਤੀਵਰ ਇੱਛਾ ਪੈਦਾ ਹੁੰਦੀ ਹੈ। ਇੱਕ ਚੀਜ਼ ਤੇ ਇਹ ਵਾਪਰਦੀ ਏ। ਦੂਸਰੀ ਚੀਜ਼ ਇਹ ਵਾਪਰਦੀ ਹੈ ਕਿ ਜਿਹੜੇ ਇਹ ਦੁਨਿਆਵੀ ਪਦਾਰਥ ਨੇ, ਜਿਨ੍ਹਾਂ ਨੂੰ ਵੇਖ ਕੇ ਸਾਡਾ ਮਨ ਭੜਕਦਾ ਏ, ਸਾਡੇ ਅੰਦਰ ਵਾਸਨਾਵਾਂ ਪੈਦਾ ਹੁੰਦੀਆਂ ਨੇ, ਉਹ ਇਸ ਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ। ਸੋ ਇਹ 2 ਚੀਜ਼ਾਂ ਵਾਪਰਦੀਆਂ। ਇੱਕ ਪਾਸੇ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਕਾਲੇ ਕਾਂ, ਇਹਨਾਂ ਨੂੰ ਕਾਲੇ ਕਾਂ ਆਖਿਆ ਫਰੀਦ ਜੀ ਨੇ। ਇਹ ਪਰੇਸ਼ਾਨ ਕਰਦੇ ਨੇ, ਤੰਗ ਕਰਦੇ ਨੇ। ਕਦੀ ਕਾਮ ਆ ਕੇ ਸਵਾਰ ਹੁੰਦਾ ਹੈ, ਕਦੀ ਕ੍ਰੋਧ ਦਿਮਾਗ ਤੇ ਹਾਵੀ ਹੁੰਦਾ ਹੈ, ਕਦੀ ਲੋਭ ਮੋਹ ਤੇ ਹੰਕਾਰ। ਇਹ ਕਾਲੇ ਕਾਂ ਇਸ ਤਰ੍ਹਾਂ ਠੂੰਗੇ ਮਾਰਦੇ ਨੇ, ਦੁਖੀ ਕਰਦੇ ਨੇ। ਤੇ ਦੂਜੇ ਪਾਸੇ ਪਰਮਾਤਮਾ ਨੂੰ ਮਿਲਣ ਦੀ ਤਾਂਘ ਅੰਦਰ ਪੈਦਾ ਹੁੰਦੀ ਏ, ਉਹਦੇ ਤੋਂ ਬਿਨਾਂ ਵੀ ਹੁਣ ਜੀਵਨ ਜਿਉਿਆ ਨਹੀਂ ਜਾਂਦਾ। ਇਹ 2 ਚੀਜ਼ਾਂ ਦਾ ਜ਼ਿਕਰ ਉਹਨਾਂ ਨੇ 3 ਸ਼ਲੋਕਾਂ ਵਿੱਚ ਕੀਤਾ ਹੋਇਆ ਹੈ। ਆਖਦੇ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡ ਹੈ ਕਾਗ। ਆਪਾਂ ਸਮਝ ਲਿਆ ਕਿ ਕਾਂ ਫਰੀਦ ਜੀ ਨੇ ਵਿਕਾਰਾਂ ਨੂੰ ਆਖਿਆ, ਜਿਹੜੇ ਸਾਡੇ ਅੰਦਰ ਦੇ ਵਿਕਾਰ ਨੇ, ਕਾਮ ਕ੍ਰੋਧ ਆਦਿਕ, ਜਿਹੜੀਆਂ ਅੰਦਰ ਦੀਆਂ ਵਾਸਨਾਵਾਂ ਨੇ, ਜਿਹੜੀਆਂ ਮੰਦ ਭਾਵਨਾਵਾਂ ਨੇ, ਉਹ ਕਾਲਿਆਂ ਕਾਵਾਂ ਵਰਗੀਆਂ ਨੇ। ਉਹ ਸਰੀਰ ਨੂੰ ਠੂੰਗੇ ਮਾਰ ਮਾਰ ਕੇ ਦੁਖੀ ਕਰਦੀਆਂ ਨੇ। ਤੇ ਜਿਹੜੇ ਲੋਕ ਭਗਤੀ ਭਾਵ ਵਾਲੇ ਹੁੰਦੇ ਨੇ, ਉਹ ਸੱਚਮੁੱਚ ਹੀ ਬਹੁਤ ਮੋਟੇ ਤਾਜ਼ੇ ਨਹੀਂ ਹੁੰਦੇ। ਉਹਨਾਂ ਦੇ ਸਰੀਰ, ਤੁਸੀਂ ਜਿਹੜੇ ਸਹੀ ਅਰਥਾਂ ਵਿੱਚ ਸਾਧੂ ਤੁਹਾਨੂੰ ਮਿਲਣਗੇ, ਉਹਨਾਂ ਦੇ ਸਰੀਰ ਥੋੜ੍ਹੇ ਜਿਹੇ ਲਿੱਸੇ ਹੁੰਦੇ ਨੇ, ਕਮਜ਼ੋਰ ਹੁੰਦੇ ਨੇ ਸਰੀਰਕ ਤੌਰ ਤੇ। ਮਾਨਸਿਕ ਤੌਰ ਤੇ ਉਹ ਬਹੁਤ ਬਲਵਾਨ ਹੁੰਦੇ ਨੇ। ਸਰੀਰਕ ਤੌਰ ਤੇ ਥੋੜ੍ਹਾ ਕਮਜ਼ੋਰ ਹੋਣ ਦੀ ਇਹ ਗੱਲ ਹੁੰਦੀ ਹੈ ਕਿ ਉਹ ਇਹਨਾਂ ਉੱਤੇ ਜਿਹੜੀਆਂ ਖਜੂਰਾਂ ਪੱਕੀਆਂ ਨੇ ਤੇ ਜਿਹੜੇ ਇਹ ਨਦੀਆਂ ਵਗਦੀਆਂ ਸ਼ਹਿਦ ਦੀਆਂ, ਭਾਵ ਮਿੱਠੇ ਤੇ ਸਵਾਦਲੇ ਪਦਾਰਥ ਨੇ, ਇਹਨਾਂ ਦਾ ਭੋਗ ਤਿਆਗ ਦਿੰਦੇ ਨੇ ਉਹ। ਤੇ ਫਿਰ ਸਰੀਰ ਥੋੜ੍ਹਾ ਕਮਜ਼ੋਰ ਹੋਣਾ ਸੁਭਾਵਕ ਹੈ।
ਸੋ ਇਹ ਹੈ ਤਨ ਸੁੱਕਾ ਪਿੰਜਰ ਥੀਆ। ਉਹਨਾਂ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਲਾਲਸਾ ਜਾਗਦੀ ਏ, ਤੇ ਜਦੋਂ ਇਹ ਵਿਕਾਰ ਉਹਨਾਂ ਨੂੰ ਤੰਗ ਕਰਦੇ ਨੇ ਕਿ ਉਹਨਾਂ ਦੇ ਮੁੱਖੋਂ ਇਹੋ ਹੀ ਬਚਨ ਨਿਕਲਦਾ, ਐ ਕਾਲੇ ਕਾਮੋ ਮੈਨੂੰ ਪਰੇਸ਼ਾਨ ਨਾ ਕਰੋ, ਮੈਨੂੰ ਦੁਖੀ ਨਾ ਕਰੋ, ਮੈਂ ਆਪਣੇ ਪ੍ਰਭੂ ਨੂੰ ਮਿਲਣਾ ਚਾਹੁੰਦਾ, ਤੁਸੀਂ ਮੇਰੇ ਰਸਤੇ ਵਿੱਚ ਰੁਕਾਵਟ ਖੜੀ ਕਰਦੇ ਜੇ, ਤੁਸੀਂ ਮੇਰੇ ਰਾਹ ਦਾ ਰੋੜਾ ਬਣਦੇ ਜੇ, ਤੁਸੀਂ ਮੇਰੇ ਰਸਤੇ 'ਚ ਨਾ ਆਓ ਕਿਰਪਾ ਕਰਕੇ। ਉਹ ਆਖਦੇ ਨੇ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਇਹ ਅਵਸਥਾ ਬਣ ਜਾਂਦੀ ਏ ਭਗਤੀ ਕਰਨ ਵਾਲੇ ਲੋਕਾਂ ਦੀ। ਸਰੀਰ ਕਰਕੇ ਉਹ ਕਮਜ਼ੋਰ ਹੋ ਜਾਂਦੇ ਨੇ, ਵਿਕਾਰ ਅਜੇ ਵੀ ਪਰੇਸ਼ਾਨ ਕਰਦੇ ਨੇ, ਤੇ ਫਿਰ ਉਹ ਰੱਬ ਵਾਲੇ ਪਾਸੇ ਨੂੰ ਉਹਨੂੰ ਬੇਨਤੀ ਦੇ ਰੂਪ ਵਿੱਚ ਕਹਿੰਦੇ ਨੇ ਕਿ ਵੇਖੋ ਅਜੇ ਵੀ ਰੱਬ ਨਹੀਂ ਆਇਆ, ਮੇਰੀ ਹਾਲਤ ਇਹੋ ਜਿਹੀ ਹੋ ਗਈ ਏ, ਇਸ ਬੰਦੇ ਦੇ ਭਾਗ ਵੇਖੋ। ਸੋ ਇਹ ਬਚਨ ਫਰੀਦ ਸਾਹਿਬ ਨੇ ਸਾਨੂੰ ਸ਼ਲੋਕ ਨੰਬਰ 90 ਦੇ ਵਿੱਚ ਬਾਖੂਬੀ ਸਮਝਾਇਆ ਹੈ। ਅੱਗੇ ਸ਼ਲੋਕ ਨੰਬਰ 91 ਵਿੱਚ ਆਖਦੇ ਨੇ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਕਾਗਾ ਤੋਂ ਭਾਵ ਆਪਾਂ ਸਮਝ ਲਿਆ ਐ ਵਿਕਾਰੋ, ਐ ਮੇਰੇ ਅੰਦਰ ਦੇ ਕਾਮੋ, ਤੁਸੀਂ ਮੇਰੇ ਸਰੀਰ ਨੂੰ ਸਾਰਾ ਢੰਡੋਲ ਕੇ ਤੇ ਇਹਦਾ ਸਾਰਾ ਮਾਸ ਖਾ ਲਿਆ। ਆਪਾਂ ਸਮਝਦੇ ਹਾਂ ਇਹ ਗੱਲ ਕਿ ਗੁਰਬਾਣੀ ਵਿੱਚ ਨਾ ਬਹੁਤ ਥਾਵਾਂ 'ਤੇ ਲਿਖਿਆ ਹੋਇਆ ਹੈ ਕਿ ਜਿਹੜਾ ਪਰਾਇਆ ਹੱਕ ਖਾਣਾ ਹੈ ਨਾ, ਇਹ ਸਮਝੋ ਕਿਸੇ ਦਾ ਮਾਸ ਖਾਣਾ ਹੈ। ਜਿਹੜਾ ਪਰਾਇਆ ਹੱਕ ਖਾਣਾ ਹੈ ਉਸ ਦਾ ਖੂਨ ਪੀਣਾ ਹੈ। ਤੁਸੀਂ ਇਹਨਾਂ ਵਿਕਾਰਾਂ ਨੂੰ ਕਹਿੰਦੇ ਨੇ ਕਿ ਮੇਰਾ ਸਾਰਾ ਮਾਸ ਹੀ ਖਾ ਲਿਆ, ਭਾਵ ਮੇਰੇ ਉੱਤੇ ਤੁਸੀਂ ਆਪਣਾ ਕਬਜ਼ਾ ਜਮਾਇਆ ਹੋਇਆ ਹੈ ਤੇ ਮੇਰਾ ਇੱਕ ਤਰ੍ਹਾਂ ਨਾਲ ਤੁਸੀਂ ਖੂਨ ਪੀ ਰਹੇ ਹੋ, ਮੈਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਤੁਸੀਂ ਮੇਰੇ ਸਰੀਰ ਨੂੰ, ਜਿਹੜੇ ਮੇਰੇ ਸਰੀਰ ਦੇ ਅੰਦਰ ਸ਼ੁਭ ਗੁਣ ਸਨ, ਉਹਨਾਂ ਸਾਰਿਆਂ ਨੂੰ ਢੰਡੋਲ ਕੇ ਖਾ ਲਿਆ, ਭਾਵ ਤੁਸੀਂ ਮੇਰੇ ਅੰਦਰ ਕੋਈ ਸ਼ੁਭ ਗੁਣ ਰਹਿਣ ਹੀ ਨਹੀਂ ਦਿੱਤਾ। ਤੇ ਆਪਾਂ ਵੇਖਦੇ ਹਾਂ ਜਿੰਨੇ ਲੋਕ ਸੰਸਾਰ ਦੇ ਅੰਦਰ ਇਹਨਾਂ ਦੁਨਿਆਵੀ ਪਦਾਰਥਾਂ ਦੀ ਮੋਹ ਮਮਤਾ ਵਿੱਚ ਫਸੇ ਹੋਏ ਨੇ, ਉਹਨਾਂ ਦੇ ਅੰਦਰੋਂ ਸ਼ੁਭ ਗੁਣ ਖੰਭ ਲਾ ਕੇ ਉੱਡ ਜਾਂਦੇ ਨੇ। ਉਹਨਾਂ ਦੇ ਅੰਦਰ ਸੱਚ ਨਹੀਂ ਰਹਿੰਦਾ, ਉਹਨਾਂ ਅੰਦਰ ਸੰਤੋਖ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਪਰਉਪਕਾਰ ਦੀ ਭਾਵਨਾ ਨਹੀਂ ਰਹਿੰਦੀ, ਉਹਨਾਂ ਅੰਦਰ ਕਿਤੇ ਦਇਆ ਕਿਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ। ਉਹ ਕੀ ਕਰਦੇ ਨੇ? ਲੋਭ ਦੇ ਵਸ ਲੋਕਾਂ ਦਾ ਧਨ ਇਕੱਠਾ ਕਰਦੇ ਨੇ, ਕਾਮ ਦੇ ਵਸ ਮੰਦੀ ਵਾਸਨਾਵਾਂ ਦੇ ਵਸ ਪਰਾਏ ਘਰਾਂ ਵਿੱਚ ਤੱਕਦੇ ਨੇ। ਇਹ ਹੈ ਮਾਸ ਖਾਣਾ। ਹੁਣ ਫਰੀਦ ਸਾਹਿਬ ਇਹ ਗੱਲ ਆਖਦੇ ਨੇ ਕਿ ਤੁਸੀਂ ਜਿਹੜੇ ਮੇਰੇ ਸ਼ੁਭ ਗੁਣ ਨੇ ਉਹਨਾਂ ਨੂੰ ਖਾਈ ਜਾ ਰਹੇ ਹੋ, ਪਰ ਇੱਕ ਗੱਲ ਜ਼ਰੂਰ ਧਿਆਨ ਦਿਆ ਜੇ, ਜਿਹੜੀਆਂ ਅੱਖਾਂ ਨੇ ਨਾ, ਇਹ ਗਿਆਨ ਦੀਆਂ ਪ੍ਰਤੀਕ ਨੇ। ਮੇਰਾ ਗਿਆਨ ਨਾ ਮੇਰੇ ਤੋਂ ਖੋਹ ਲਿਆ ਜੇ। ਜਦੋਂ ਬੰਦਾ ਮਾੜੇ ਕਰਮ ਕਰਦਾ ਹੈ ਉਹ ਅਗਿਆਨਤਾ ਵਸ ਕਰਦਾ ਹੈ, ਉਹਦਾ ਗਿਆਨ ਉਸ ਵਕਤ ਗਵਾਚ ਗਿਆ ਹੁੰਦਾ ਹੈ। ਗਿਆਨ ਉੱਤੇ ਮਾਨੋ ਇੱਕ ਭਾਰੀ ਪਰਦਾ ਪੈ ਗਿਆ ਹੁੰਦਾ ਹੈ ਤੇ ਅਗਿਆਨਤਾ ਦੇ ਵਸ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਕਰਮ ਕਮਾਉਂਦਾ ਹੈ। ਗਿਆਨ ਦਾ ਪ੍ਰਤੀਕ ਨੇ ਅੱਖਾਂ, ਤੇ ਭਗਤ ਜੀ ਉਹਨਾਂ ਵਿਕਾਰਾਂ ਨੂੰ ਕਹਿ ਰਹੇ ਨੇ ਕਿ ਮੇਰਾ ਗਿਆਨ ਨਾ ਖੋਹ ਲਿਆ ਜੇ। ਕਿਉਂਕਿ ਗੁਰਮਤਿ ਇਹ ਗੱਲ ਕਹਿੰਦੀ ਏ ਕਿ ਜੇ ਤੁਹਾਨੂੰ ਪਰਮਾਤਮਾ ਦਾ ਦਰਸ਼ਨ ਹੋਣਾ ਏ ਤੇ ਉਹ ਗਿਆਨ ਦੁਆਰਾ ਹੋਣਾ, ਹੋਰ ਕਿਸੇ ਤਰ੍ਹਾਂ ਨਾਲ ਨਹੀਂ ਹੋਣ ਵਾਲਾ। ਕਿਉਂਕਿ ਪਰਮਾਤਮਾ ਕੋਈ ਆਕਾਰ ਨਹੀਂ ਜਿਸ ਨੂੰ ਸਾਡੀਆਂ ਇਹ ਸਥੂਲ ਅੱਖਾਂ ਵੇਖ ਸਕਣਗੀਆਂ। ਪਰਮਾਤਮਾ ਸ਼ੁਭ ਗੁਣ ਹਨ,
परमात्मा एक वड्डी सत्ता है, परमात्मा एक एनर्जी है ਜਿਹੜੀ ਸਾਡੇ ਅੰਦਰ ਤੇ ਬਾਹਰ ਮੌਜੂਦ ਏ। ਸੋ ਉਸ ਨੂੰ ਵੇਖਣ ਵਾਸਤੇ ਸਾਡੇ ਕੋਲ ਗਿਆਨ ਰੂਪ ਅੱਖਾਂ ਚਾਹੀਦੀਆਂ ਨੇ। ਇਸ ਲਈ ਫਰੀਦ ਸਾਹਿਬ ਆਪਣੀਆਂ ਅੱਖਾਂ ਵੱਲ ਇਸ਼ਾਰਾ ਕਰਦੇ ਨੇ ਕਿ ਐ ਕਾਲੇ ਕਾਮੋ ਮੇਰੇ ਅੰਦਰ ਦੇ ਵਿਕਾਰੋ, ਤੁਸੀਂ ਕਿਰਪਾ ਕਰਕੇ ਮੇਰਾ ਗਿਆਨ ਨਾ ਮੇਰੇ ਕੋਲੋਂ ਖੋਹ ਲਿਆ ਜੇ। ਇਸ ਗਿਆਨ ਦੁਆਰਾ ਹੀ ਮੈਂ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹਾਂ। ਸੋ ਸ਼ਲੋਕ ਨੰਬਰ 91 ਵਿੱਚ ਸਾਨੂੰ ਸਭਨਾਂ ਨੂੰ ਇਹ ਗੱਲ ਹੀ ਸਮਝਾਉਣਾ ਚਾਹੁੰਦੇ ਨੇ ਕਿ ਅਗਿਆਨਤਾ ਦੇ ਵਸ ਮਾੜੇ ਕਰਮ ਨਾ ਕਮਾਇਆ ਜੇ। ਗੁਰੂ ਦਾ ਗਿਆਨ ਲੈ ਕੇ ਜ਼ਿੰਦਗੀ ਬਤੀਤ ਕਰੋ। ਜੇ ਗੁਰੂ ਦਾ ਗਿਆਨ ਤੁਹਾਡੇ ਕੋਲ ਹੋਏਗਾ ਤੇ ਤੁਸੀਂ ਮਾੜੇ ਰਸਤੇ ਤੇ ਨਹੀਂ ਪੈ ਸਕੋਗੇ। ਜੇ ਗੁਰੂ ਦਾ ਗਿਆਨ ਤੁਹਾਡੇ ਕੋਲ ਨਾ ਹੋਇਆ ਤੇ ਤੁਸੀਂ ਇਸ ਮਾਇਆ ਦੇ ਇਸ ਮੋਹ ਮਮਤਾ ਦੇ ਪ੍ਰਭਾਵ ਥੱਲੇ ਆ ਕੇ ਮਾੜੇ ਕਰਮ ਕਰਨ ਤੋਂ ਸੰਕੋਚ ਨਹੀਂ ਕਰੋਗੇ ਤੇ ਤੁਹਾਡਾ ਸਾਰਾ ਜੀਵਨ ਫਿਰ ਵਿਅਰਥ ਚਲਾ ਜਾਏਗਾ। ਸੋ ਅਸੀਂ ਗਿਆਨਮਈ ਅੱਖਾਂ ਦੇ ਨਾਲ ਇਸ ਸੰਸਾਰ ਨੂੰ ਵੀ ਵੇਖਣਾ ਹੈ ਤੇ ਆਪਣੇ ਅੰਦਰ ਦੇ ਸ਼ੁਭ ਗੁਣਾਂ ਨੂੰ ਵੀ ਵੇਖ ਕੇ ਸੰਭਾਲ ਕੇ ਰੱਖਣਾ ਹੈ। ਸਾਡੇ ਸ਼ੁਭ ਗੁਣ ਜਿਹੜੇ ਨੇ ਉਹ ਸਾਡੇ ਅੰਦਰ ਦੇ ਜਿਹੜੇ ਕਾਲੇ ਕਾਂ ਵਿਕਾਰ ਨੇ, ਕਿਤੇ ਉਹਨਾਂ ਨੂੰ ਉਹ ਖੋਹ ਕੇ ਨਾ ਲੈ ਜਾਣ ਸਾਡੇ ਪਾਸੋਂ। ਸ਼ਲੋਕ ਨੰਬਰ 92 ਵਿੱਚ ਆਖਦੇ ਨੇ, ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰੈ ਮੇਰਾ ਸ਼ੌਹ ਵਸੈ, ਮਾਸ ਨਾ ਤਿੱਦੂ ਖਾਹੇ। ਇਹ ਕਾਲੇ ਕਾਂ ਕਦੋਂ ਤੱਕ ਸਾਡਾ ਪਿੰਜਰਾ, ਸਾਡੇ ਸਰੀਰ ਦੇ ਅੰਦਰੋਂ ਸ਼ੁਭ ਗੁਣ ਸਾਡੇ ਕੋਲੋਂ ਖੋਹਦੇ ਨੇ? ਕਦੋਂ ਤੱਕ? ਉਦੋਂ ਤੱਕ ਜਦੋਂ ਤੱਕ ਸਾਡਾ ਇਹ ਮਨ ਜਾਂ ਇਹ ਜੀਵ ਜਾਂ ਇਹ ਜੀਵ ਆਤਮਾ ਇਹ ਪਰਮਾਤਮਾ ਰੂਪ ਸ਼ੌਹ ਸਾਗਰ ਦੇ ਵਿੱਚ ਲੀਨ ਨਹੀਂ ਹੋ ਜਾਂਦੀ। ਉਹਨਾਂ ਚਿਰ ਤੱਕ ਇਹ ਕਾਲੇ ਕਾਂ ਅੰਦਰ ਦੇ ਵਿਕਾਰ ਸਾਨੂੰ ਦੁਖੀ ਕਰਦੇ ਰਹਿੰਦੇ ਨੇ। ਉਹਨਾਂ ਚਿਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਇਹਨਾਂ ਦੇ ਨਾਲ ਰਾਤ ਦਿਨੇ ਲੜਾਈ ਕਰਦੇ ਨੇ। ਖਾਲਸਾ ਸੋ ਜੇ ਕਰੇ ਨਿਤ ਜੰਗ, ਉਹ ਨਿਤ ਜੰਗ ਲੋਕਾਂ ਨਾਲ ਨਹੀਂ ਕਰਦੇ ਰਹਿਣਾ ਲੜਾਈ, ਸਗੋਂ ਆਪਣੇ ਅੰਦਰ ਦੇ ਵਿਕਾਰਾਂ ਨਾਲ ਨਿਤਾ ਪ੍ਰਤੀ ਲੜਾਈ ਕਰਨੀ ਹੈ। ਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਚਿਰ ਲੜਾਈ ਕਰਦੇ ਨੇ ਜਿੰਨਾ ਚਿਰ ਜੀਵ ਆਤਮਾ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਜਾਂਦੀ, ਕਿਉਂਕਿ ਉਹਨਾਂ ਚਿਰ ਤੱਕ ਇਹ ਜਿਹੜੇ ਵਿਕਾਰ ਨੇ ਬੰਦੇ ਦਾ ਪਿੱਛਾ ਹੀ ਨਹੀਂ ਛੱਡਦੇ। ਇਹ ਪਿੰਜਰੇ ਨੂੰ ਕਿਵੇਂ ਚੂੰਡਦੇ ਨੇ? ਪਿੰਜਰਾ ਕਿਵੇਂ ਕਮਜ਼ੋਰ ਹੋ ਜਾਂਦਾ ਹੈ? ਜਦੋਂ ਅਸੀਂ ਇਹਨਾਂ ਦੁਨਿਆਵੀ ਵਿਕਾਰਾਂ ਨੂੰ ਭੋਗਦੇ ਹਾਂ ਤੇ ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਰੋਗ ਲੱਗਦੇ ਨੇ। ਉਦਾਹਰਨ ਦੇ ਤੌਰ ਤੇ ਜੇ ਅਸੀਂ ਮਿੱਠੇ ਭੋਜਨ ਛਕਦੇ ਰਹੀਏ, ਮਿੱਠੇ ਪਦਾਰਥ ਖਾਂਦੇ ਰਹੀਏ ਤੇ ਇੱਕ ਵਕਤ ਆਉਂਦਾ ਹੈ ਸਾਨੂੰ ਸ਼ੂਗਰ ਰੋਗ ਗ੍ਰਸ ਲੈਂਦਾ ਹੈ। ਜੇਕਰ ਅਸੀਂ ਤੰਬਾਕੂ ਵਗੈਰਾ ਦਾ ਇਸਤੇਮਾਲ ਕਰਦੇ ਹਾਂ ਵਧੇਰੇ, ਤਾਂ ਉਹ ਜਿਹੜੇ ਲੋਕ ਇਹਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਕੈਂਸਰ ਵਰਗੇ ਰੋਗ ਆ ਕੇ ਗ੍ਰਸ ਲੈਂਦੇ ਨੇ। ਜਿਹੜੇ ਲੋਕ ਬਾਹਰ ਵਿਕਾਰ ਭੋਗਦੇ ਨੇ ਕਾਮ ਵਾਸਨਾਵਾਂ ਦੇ ਅਧੀਨ, ਉਹਨਾਂ ਨੂੰ ਏਡਸ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਇਹ ਹੈ ਪਿੰਜਰੇ ਦਾ ਚੂੰਡਣਾ। ਇਹ ਜਿਹੜੇ ਵਿਕਾਰ ਨੇ ਸਾਡੇ ਅੰਦਰ ਬਿਮਾਰੀਆਂ ਪੈਦਾ ਕਰਦੇ ਨੇ। ਇਹ ਬਿਮਾਰੀਆਂ ਸਾਡੇ ਸਰੀਰ ਰੂਪ ਪਿੰਜਰੇ ਨੂੰ ਚੂੰਡਦੀਆਂ ਨੇ, ਸਾਡਾ ਇਹ ਮਾਸ ਨੋਚ ਨੋਚ ਕੇ ਖਾਂਦੀਆਂ ਨੇ। ਅਸੀਂ ਨਾ ਇੱਕ ਸ਼ਬਦ ਨੋਚਣ ਦੇ ਨਾਲ ਜਿਹੜਾ ਸੰਬੰਧ ਰੱਖਦਾ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਇਸਤੇਮਾਲ ਕਰਦੇ ਹਾਂ ਕਿ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਮਾਸ ਜੰਬੂਰਾਂ ਦੇ ਨਾਲ ਨੋਚਿਆ ਗਿਆ। ਸੋ ਇਹ ਜਿਹੜੇ ਵਿਕਾਰ ਨੇ ਮਾਨੋ ਸਾਡੇ ਅੰਦਰੋਂ ਸ਼ੁਭ ਗੁਣਾਂ ਨੂੰ ਨੋਚਦੇ ਨੇ, ਨੋਚ ਨੋਚ ਕੇ ਸਾਡਾ ਇਹ ਮਾਸ ਖਾਂਦੇ ਨੇ। ਤੇ ਫਰੀਦ ਸਾਹਿਬ ਆਖਦੇ ਨੇ, ਜਿਤ ਪਿੰਜਰਾ ਮੇਰਾ ਸ਼ੌਹ ਵਸੈ। ਐ ਵਿਕਾਰੋ, ਜਿਸ ਪਿੰਜਰੇ ਵਿੱਚ ਮੇਰਾ ਮਾਲਕ ਵਸਦਾ ਹੈ, ਭਾਵ ਮੇਰਾ ਮਾਲਕ ਇਹ ਸਰੀਰ ਵਿੱਚ ਵਸਦਾ ਹੈ।
ਫਰੀਦ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਸੀ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਤੂੰ ਬਾਹਰ ਕੀ ਲੱਭਦਾ ਫਿਰਦਾ ਹੈ? ਦੇਖੋ ਨਾ, ਉਸ ਬਚਨ ਤੋਂ ਵੀ ਇਹ ਸਮਝ ਪੈ ਜਾਂਦੀ ਏ ਕਿ ਫਰੀਦ ਜੀ ਕਿਸੇ ਜੰਗਲ ਵਿੱਚ ਨਹੀਂ ਗਏ। ਉਹ ਤੇ ਸਾਨੂੰ ਵੀ ਮਨਾ ਕਰਦੇ ਨੇ ਵੀ ਜੰਗਲਾਂ ਵਿੱਚ ਕਿਉਂ ਤੁਰੇ ਫਿਰਦੇ ਹੋ। ਵਸੀ ਰੱਬ ਹਿਆਲੀ ਹੈ। ਹਿਆਲੀਏ ਦਾ ਮਤਲਬ ਹੈ ਸਾਡੇ ਅੰਦਰ, ਸਾਡੇ ਹਿਰਦੇ ਵਿੱਚ। ਪਰਮਾਤਮਾ ਤੇ ਸਾਡੇ ਹਿਰਦੇ ਵਿੱਚ ਵਸਦਾ ਤੇ ਉਹਨੂੰ ਬਾਹਰ ਢੂੰਡਣ ਲਈ ਜੰਗਲਾਂ ਵਿੱਚ ਕਿਉਂ ਧੱਕੇ ਖਾਂਦੇ ਫਿਰਦੇ ਜੇ। ਜਿਤ ਪਿੰਜਰੇ ਮੇਰਾ ਸ਼ੌਹ ਵਸੈ, ਜਿਸ ਸਰੀਰ ਰੂਪ ਪਿੰਜਰੇ ਵਿੱਚ ਮੇਰੇ ਮਾਲਕ ਦਾ ਨਿਵਾਸ ਏ, ਮਾਸ ਨਾ ਤਿੱਦੂ ਖਾਹੇ, ਉਸ ਨੂੰ ਤੁਸੀਂ ਪਰੇਸ਼ਾਨ ਨਾ ਕਰੋ। ਉਹਦੇ ਅੰਦਰੋਂ ਸ਼ੁਭ ਗੁਣਾਂ ਦੀ ਜਿਹੜੀ ਸੰਪਤੀ ਏ ਉਸ ਨੂੰ ਨਾ ਲੁੱਟੋ। ਗੁਰਬਾਣੀ ਵਿੱਚ ਸਾਨੂੰ ਇਹ ਬਚਨ ਸਮਝਾਏ ਗਏ ਨੇ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਸੋ ਇਹ ਜਿਹੜੇ ਪੰਜ ਚੋਰ ਨੇ ਜੀ, ਇਹ ਸਾਡੇ ਅੰਦਰ ਨੇ। ਸਾਡੇ ਅੰਦਰ ਹੀ ਪਰਮਾਤਮਾ ਹੈ, ਸਾਡੇ ਅੰਦਰ ਹੀ ਸ਼ੁਭ ਗੁਣ ਨੇ। ਇਹ ਸਭ ਕੁਝ ਮਨੁੱਖੀ ਸਰੀਰ ਦੇ ਇਸ ਢਾਂਚੇ ਦੇ ਅੰਦਰ ਹੀ ਬਣਿਆ ਹੋਇਆ ਹੈ ਤੇ ਇਹਨੂੰ ਗੁਰੂ ਦੇ ਗਿਆਨ ਦੁਆਰਾ ਸਮਝਿਆ ਜਾ ਸਕਦਾ ਹੈ ਕਿ ਮੇਰਾ ਅੰਤःਕਰਨ ਕੀ ਏ, ਮੇਰੀ ਬੁੱਧੀ ਕੀ ਏ, ਮੇਰਾ ਚਿੱਤ ਕੀ ਏ, ਮੇਰਾ ਅਹੰਕਾਰ ਕੀ ਏ। ਇਹ ਗੁਰੂ ਦੀ ਮੱਤ ਨਾਲ ਸਮਝ ਲਵਾਂਗੇ ਤੇ ਇਹ ਜਿਹੜੇ ਪੰਜ ਵਿਕਾਰ ਨੇ ਉਹਨਾਂ ਤੋਂ ਅਸੀਂ ਬਚ ਰਵਾਂਗੇ। ਜੇ ਅਸੀਂ ਗੁਰੂ ਦੀ ਮੱਤ ਨੂੰ ਲੈ ਕੇ ਇਹਨਾਂ ਚੀਜ਼ਾਂ ਨੂੰ ਸਮਝਿਆ ਨਾ ਤੇ ਫਿਰ ਇਹ ਪੰਜ ਵਿਕਾਰ ਸਾਡੇ ਅੰਦਰ ਦੇ ਸ਼ੁਭ ਗੁਣਾਂ ਨੂੰ ਹਮੇਸ਼ਾ ਲੁੱਟਦੇ ਰਹਿਣਗੇ ਤੇ ਅਖੀਰ ਹੋਣਾ ਕੀ ਏ, ਚੱਲੇ ਜੁਆਰੀ ਦੋਏ ਹੱਥ ਝਾਰ। ਇਸ ਸੰਸਾਰ ਨੂੰ ਜਦੋਂ ਛੱਡਾਂਗੇ ਤੇ ਜੂਏ ਵਿੱਚ ਆਪਣਾ ਸਭ ਕੁਝ ਹਾਰ ਗਏ ਲੋਕਾਂ ਵਾਂਗੂ ਅਸੀਂ ਵੀ ਆਪਣੇ ਹੱਥ ਝਾੜ ਕੇ ਇੱਥੋਂ ਚਲੇ ਜਾਵਾਂਗੇ, ਭਾਵ ਖਾਲੀ ਹੱਥ ਜਾਣਾ ਹੋਏਗਾ ਤੇ ਸਾਡਾ ਇਹ ਮਨੁੱਖਾ ਜੀਵਨ ਵਿਅਰਥ ਗਵਾਚ ਗਿਆ ਹੋਏਗਾ। ਸੋ ਸਾਨੂੰ ਫਰੀਦ ਸਾਹਿਬ ਜੀ ਨੇ ਅੱਜ ਇਹ ਗੱਲ ਸਮਝਾਈ ਏ ਕਿ ਭਾਈ ਪ੍ਰਮਾਤਮਾ ਦੀ ਭਗਤੀ ਕਰੋ ਤੇ ਭਗਤੀ ਕਰਦਿਆਂ ਇਹ ਜਿਹੜੇ ਅੰਦਰ ਦੇ ਵਿਕਾਰ ਨੇ ਤੁਹਾਨੂੰ ਪਰੇਸ਼ਾਨ ਕਰਨਗੇ। ਉਹਨਾਂ ਤੋਂ ਸੁਚੇਤ ਰਹਿਣਾ, ਉਹਨਾਂ ਨੂੰ ਆਪਣੇ ਸ਼ੁਭ ਗੁਣ ਲੁੱਟਣ ਨਾ ਦੇਣਾ, ਉਹਨਾਂ ਦਾ ਧਿਆਨ ਰੱਖਣਾ, ਆਪਣੇ ਸ਼ੁਭ ਗੁਣਾਂ ਦੀ ਸੰਪਤੀ ਨੂੰ ਸੰਭਾਲ ਕੇ ਰੱਖਣਾ, ਵਿਕਾਰਾਂ ਤੋਂ ਬਚ ਕੇ ਪਰਮਾਤਮਾ ਦੀ ਭਗਤੀ ਕਰਨਾ ਤੇ ਭਗਤੀ ਕਰਦੇ ਕਰਦੇ ਤੁਸੀਂ ਉਸ ਸ਼ੌਹ ਸਾਗਰ ਵਿੱਚ ਲੀਨ ਹੋ ਜਾਓਗੇ ਤੇ ਤੁਹਾਡਾ ਜਿਹੜਾ ਮਨੁੱਖਾ ਜਨਮ ਹੈ ਇਹ ਸਕਾਰਤ ਹੋ ਜਾਏਗਾ, ਇਹ ਸਫਲ ਹੋ ਜਾਏਗਾ। ਅੱਜ ਇੰਨੇ ਕੁ ਸ਼ਬਦ ਤੁਸੀਂ ਪ੍ਰਵਾਨ ਕਰਨਾ ਜੀ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਵਿਚਾਰ ਗੁਰਬਾਣੀ ਵਿਚਾਰ ਨੂੰ ਸ਼ਰਵਨ ਕੀਤਾ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।